ਹੈਲੋ ਸਟੂਡੈਂਟ, ਸਕਾਈਲਾਈਟ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਮੈਂ ਦਵਿੰਦਰ ਯਾਦਵ ਤੁਹਾਨੂੰ ਅੱਜ ਮੈਂ ਇਹ ਸਮਝਾਉਣ ਦੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਐਂਟੀਟੀ ਦਾ ਜਿਸ ਤਰ੍ਹਾਂ ਨਾਲ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਜਿਹੜਾ ਲੈਕਚਰ ਸੀਗਾ ਉਸ ਤੇ ਮੈਂ ਤੁਹਾਨੂੰ ਵਿਟਾਮਿਨ ਦੱਸੇ ਸੀ ਜਿਹੜੇ ਫੈਟ ਸੋਲੇਬਲ ਹੈ। ਫੈਟ ਸੋਲੇਬਲ ਦਾ ਮਤਲਬ ਜਿਹੜਾ ਵਸਾ ਦੇ ਵਿੱਚ ਘੁਲਣਸ਼ੀਲ ਹੈ। ਅੱਜ ਜਿਹੜੇ ਆਪਾਂ ਵਿਟਾਮਿਨਸ ਕਰਾਂਗੇ ਉਹ ਵਿਟਾਮਿਨਸ ਉਹ ਨੇ ਜਿਹੜੇ ਵਾਟਰ ਸੋਲੇਬਲ ਨੇ। ਮੈਂ ਉਦੋਂ ਤੁਹਾਨੂੰ ਇਹ ਗੱਲ ਦੱਸੀ ਸੀ ਵੀ ਜਿਹੜੇ ਵਿਟਾਮਿਨ ਜਿਹੜੇ ਕੈਟਾਗਰੀ ਦੇ ਲੋਕ BC ਕੈਟਾਗਰੀ ਦੇ ਹੁੰਦੇ ਹੈ, ਬੈਕਵਰਡ ਕਲਾਸ ਦੇ ਹੁੰਦੇ ਆ, ਉਹ ਪਾਣੀ 'ਚ ਘੁਲਣ ਸਕਦੇ ਆ। ਇਹ ਸ਼ਾਰਟਕਟ ਟ੍ਰਿਕ ਹੈ। ਬੋਲੋ ਸਮਝ ਆ ਗਈ ਕਿ ਨਹੀਂ ਆ ਗਈ? ਜਿਹੜੇ ਵੀ ਸਟੂਡੈਂਟ ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟ ਇਸ ਚੈਨਲ ਤੇ ਨਵੇਂ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਲਾਈਕ ਕਰਨਾ ਹੈ ਔਰ ਸ਼ੇਅਰ ਕਰਨਾ ਹੈ। ਇੰਨਾ ਕੰਮ ਤਾਂ ਤੁਸੀਂ ਕਰ ਦੇਣਾ ਹੈ। ਬਹੁਤ ਜਲਦੀ ਅਸੀਂ ਇੱਕ ਸਪੈਸ਼ਲ ਟੈਲੀਗ੍ਰਾਮ ਗਰੁੱਪ ਵੀ ਬਣਾ ਰਹੇ ਹਾਂ ਐਂਟੀਟੀ ਵਾਸਤੇ, ਤੁਸੀਂ ਉਹਨੂੰ ਵੀ ਜੁਆਇਨ ਜਿਹੜਾ ਹੈ ਕਰਨਾ ਹੈ। ਸਿਰਫ ਉਹਦੇ 'ਚ ਐਂਟੀਟੀ ਦੀਆਂ ਹੀ ਗੱਲਾਂ ਹੋਣਗੀਆਂ। ਹਾਂਜੀ ਸਟੂਡੈਂਟ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਹੋਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੱਲ ਮੈਂ ਤੁਹਾਨੂੰ ਇਹ ਗੱਲ ਦੱਸੀ ਸੀ ਵੀ ਵਿਟਾਮਿਨਸ ਜਿਹੜੇ ਹੈ ਉਹ ਦੋ ਟਾਈਪ ਦੇ ਹੁੰਦੇ ਹੈ। ਕਿਹੜੇ ਕਿਹੜੇ? ਇੱਕ ਤਾਂ ਵਾਟਰ ਸੋਲੇਬਲ ਔਰ ਦੂਜਾ ਫੈਟ ਸੋਲੇਬਲ ਯਾਨੀ ਕਿ ਵਸਾ ਸੋਲੇਬਲ। ਫੰਕ ਸਾਇੰਟਿਸਟ ਸੀ ਜਿਨ੍ਹਾਂ ਨੇ ਵਿਟਾਮਿਨ ਦੀ ਖੋਜ ਕੀਤੀ ਸੀ। ਫੈਟ ਸੋਲੇਬਲ ਕਿਹੜੇ ਵਿਟਾਮਿਨ ਨੇ? A, D, E ਔਰ K। ਔਰ ਵਾਟਰ ਸੋਲੇਬਲ ਕਿਹੜੇ ਹੈ? B ਔਰ C। ਆ ਗੱਲਾਂ ਕੱਲ ਮੈਂ ਤੁਹਾਨੂੰ ਦੱਸੀਆਂ ਸੀ। ਅੱਜ ਆਪਾਂ ਕਰਾਂਗੇ ਜੀ ਵਾਟਰ ਸੋਲੇਬਲ ਜਿਹੜੇ ਪਾਣੀ ਦੇ ਵਿੱਚ ਘੁਲਣਸ਼ੀਲ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਬਹੁਤ ਵਾਰ ਇਹ ਚਾਹੇ PS ਟੈਟ ਸਾਇੰਸ ਦੀ ਗੱਲ ਕਰ ਲਈਏ, ਚਾਹੇ PTI ਦੀ ਗੱਲ ਕਰ ਲਈਏ, ਉਹਨਾਂ 'ਚ ਵੀ ਇਹ ਕੁਐਸਚਨ ਆਏ। ਰਾਜਸਥਾਨ PTI 'ਚ ਵੀ ਉਹਦਾ ਇਹ ਐਂਟੀਟੀ ਦੇ ਵਿੱਚ ਵੀ ਇਹ ਕੁਐਸਚਨ ਆਏ। PTI ਤੇ ਚਲੋ ਆਉਂਦੇ ਹੀ ਆਉਂਦੇ ਹੈ, ਬਟ ਐਂਟੀਟੀ ਦੇ ਵਿੱਚ ਵੀ ਕੁਐਸਚਨ ਆਏ। ਪੰਜਾਬ ਦੇ ਪੇਪਰਾਂ ਦੇ ਵਿੱਚ ਵੀ ਇਹਦੇ ਵਿਟਾਮਿਨਸ ਦੇ ਇੱਕ ਅੱਧਾ ਕੁਐਸਚਨ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ ਤੁਹਾਨੂੰ। ਪਰ ਐਂਟੀਟੀ ਦਾ ਤਾਂ ਬੈਸਟ ਕੁਐਸਚਨ ਹੈ। ਆਪਾਂ ਗੱਲ ਕਰੀਏ ਅੱਜ ਵਿਟਾਮਿਨ C ਦੀ। ਹਾਂਜੀ, ਤਾਂ ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖਣਾ ਹੈ ਇਹਦਾ ਇਹ ਸਾਇੰਟਿਫਿਕ ਨੇਮ ਤੁਹਾਨੂੰ ਜ਼ਰੂਰ ਯਾਦ ਹੋਣਾ ਚਾਹੀਦਾ ਹੈ। ਵਿਟਾਮਿਨ C ਨੂੰ ਐਸਕੋਰਬਿਕ ਐਸਿਡ ਕਹਿੰਦੇ ਹੈ। ਜਿਹੜੇ ਨਿੰਬੂ ਜਾਤੀ ਦੇ ਫਲ ਨੇ ਉਹਨਾਂ ਦੇ ਵਿੱਚ ਵਿਟਾਮਿਨ C ਪਾਇਆ ਜਾਂਦਾ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ ਤੁਹਾਨੂੰ ਇਹ ਗੱਲ ਮੈਂ ਧਿਆਨ ਰੱਖਣ ਦੀ ਕੋਸ਼ਿਸ਼ ਕਰਾਂਗਾ ਕਿ ਇੱਕਰਾ ਪੇਪਰ 'ਚ ਕੁਐਸਚਨ ਆਇਆ ਸੀ ਕਿ ਆਂਵਲਾ ਦੇ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ? ਤਾਂ ਉਹ ਹੁੰਦਾ ਹੈ ਜੀ ਵਿਟਾਮਿਨ C। ਇਹ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ। ਕਿਹੜੇ ਵਿਟਾਮਿਨ ਪਾਣੀ 'ਚ ਘੁਲ ਸਕਦੇ ਆ? B ਔਰ C ਯਾਨੀ ਕਿ ਬੈਕਵਰਡ ਕਲਾਸ। ਇਹ ਸਮਝ ਲਓ ਤੁਸੀਂ, ਸ਼ਾਰਟਕਟ ਹੈ। BC ਕੈਟਾਗਰੀ ਦੇ ਲੋਕ ਪਾਣੀ ਦੇ ਵਿੱਚ ਘੁਲ ਸਕਦੇ ਆ। ਮੈਂ ਤੁਹਾਨੂੰ ਇਹੀ ਗੱਲ ਕਹਿਣ ਦੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਵਿਟਾਮਿਨ B ਔਰ C ਪਾਣੀ ਵਿੱਚ ਘੁਲਣਸ਼ੀਲ ਹੈ ਅਤੇ ਇਹ ਸਰੀਰ ਦੇ ਵਿੱਚ ਜਮ੍ਹਾਂ ਨਹੀਂ ਹੁੰਦੇ। ਸਾਨੂੰ ਹਰ ਰੋਜ਼ ਵੱਖ-ਵੱਖ ਸਰੋਤਾਂ ਤੋਂ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ, ਠੀਕ ਹੈ। ਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਜੇ ਸਬਜ਼ੀਆਂ ਨੂੰ ਤੁਸੀਂ ਬਾਰ-ਬਾਰ ਧੋਓਗੇ ਤਾਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਉੱਤੋਂ ਵਿਟਾਮਿਨ C ਜਿਹੜਾ ਹੈ ਉਹ ਰਿਮੂਵ ਹੋ ਜਾਂਦਾ ਹੈ। ਬਟ ਉਹ ਤਾਂ ਗੱਲ ਥਿਓਰੀਟੀਕਲ ਹੈ। ਆਪਣਾ ਨੂੰ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਕਿਹੜੇ ਵਿਟਾਮਿਨ ਨੂੰ ਐਸਕੋਰਬਿਕ ਐਸਿਡ ਕਿਹਾ ਜਾਂਦਾ ਹੈ ਤਾਂ ਵਿਟਾਮਿਨ C ਨੂੰ ਕਿਹਾ ਜਾਂਦਾ ਹੈ, ਠੀਕ ਹੈ ਬਈ। ਔਰ ਸਭ ਤੋਂ ਇੰਪੋਰਟੈਂਟ ਇਹ ਹੈ, ਦੇਖੋ ਬਈ ਲਾਭ ਕੀ ਹੈ। ਆ ਵਿਟਾਮਿਨ C ਆਪਣਾ ਨੂੰ ਥਕਾਵਟ ਦੂਰ ਕਰਨ ਦੇ ਵਿੱਚ ਮਦਦਗਾਰ ਕਰਦਾ ਹੈ, ਠੀਕ ਹੈ ਬਈ। ਜ਼ੁਕਾਮ ਨੂੰ ਰੋਕਦਾ ਹੈ, ਹੋਰ ਜਿਹੜੀਆਂ ਛੂਤ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਵੀ ਰੋਕਦਾ ਹੈ ਅਤੇ ਆਪਣੀ ਹੱਡੀਆਂ ਯਾਨੀ ਕਿ ਟੁੱਟੀਆਂ ਜਿਹੜੀਆਂ ਹੱਡੀਆਂ ਹੈ ਉਹਨਾਂ ਨੂੰ ਵੀ ਕੀ ਹੈ ਮਜ਼ਬੂਤ ਕਰਦਾ ਹੈ। ਤਾਂ ਇਹ ਗੱਲ ਤਾਂ ਥਿਊਰੀ ਹੈ, ਕੋਈ ਗੱਲ ਨਹੀਂ, ਇਹਨੂੰ ਵੀ ਆਪਾਂ ਜਿਹੜਾ ਹੈ ਧਿਆਨ ਰੱਖਾਂਗੇ। ਸਭ ਤੋਂ ਮੇਨ ਗੱਲ ਕੀ ਹੈ ਕਿ ਵਿਟਾਮਿਨ C ਤੁਹਾਨੂੰ ਇਹ ਪੁੱਛੇਗਾ ਵਿਟਾਮਿਨ C ਆਂਵਲੇ ਦੇ ਵਿੱਚ ਕਿਹੜਾ ਵਿਟਾਮਿਨ C? ਵਿਟਾਮਿਨ C ਹੈ। ਤੁਹਾਨੂੰ ਇਹ ਜ਼ਰੂਰ ਪੁੱਛੇਗਾ ਕਿ ਵਿਟਾਮਿਨ C ਦਾ ਬੋਟੈਨੀਕਲ ਨੇਮ ਕੀ ਹੈ ਜਾਂ ਸਾਇੰਟਿਫਿਕ ਨੇਮ ਕੀ ਹੈ? ਤੁਸੀਂ ਬੋਲੋਗੇ ਐਸਕੋਰਬਿਕ ਐਸਿਡ। ਵਿਟਾਮਿਨ C ਦੀ ਘਾਟ ਨਾਲ ਕਿਹੜਾ ਰੋਗ ਹੋ ਜਾਂਦਾ ਹੈ? ਸਕਰਵੀ ਹੋ ਜਾਂਦਾ ਹੈ, ਠੀਕ ਹੈ ਬਈ। ਸਕਰਵੀ, ਇਹ ਗੱਲ ਤੁਸੀਂ ਯਾਦ ਜਿਹੜੀ ਹੈ ਜ਼ਰੂਰ ਰੱਖਣੀ ਹੈ। ਅਗਰ ਕਿਹੜੇ ਸਟੂਡੈਂਟ ਨੂੰ ਵਿਟਾਮਿਨ, ਅਗਰ ਕੋਈ ਸਟੂਡੈਂਟ ਹੈ ਜਾਂ ਕੋਈ ਮੇਲ ਹੈ ਜਾਂ ਫੀਮੇਲ ਹੈ, ਉਹਨੂੰ ਅਗਰ ਵਿਟਾਮਿਨ C ਦੀ ਕਮੀ ਹੋ ਜੇ ਤਾਂ ਇਹਦਾ ਮਤਲਬ ਇਹ ਹੈ ਕਿ ਉਹਦੇ ਦੰਦ ਮਸੂੜਿਆਂ ਤੇ ਵੀ ਪ੍ਰੋਬਲਮ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਜੂਗੀ, ਹੱਡੀਆਂ ਕਮਜ਼ੋਰ ਹੋਣ ਲੱਗ ਜਾਣਗੀਆਂ,
ਜਿਹੜੇ ਜ਼ਖਮ ਹੈ ਉਹ ਜਲਦੀ ਛੇਤੀ ਸਹੀ ਨਹੀਂ ਹੋਣਗੇ। ਠੀਕ ਹੈ, ਇਹ ਇਹਦੇ ਕਾਰਨ ਹੈ। ਅਤੇ ਅਨੀਮੀਆ ਦਾ ਵੀ ਇੱਕ ਕਾਰਨ ਜਿਹੜਾ ਹੈ ਵਿਟਾਮਿਨ ਸੀ ਦਾ ਇੱਕ ਘਾਟ ਦਾ ਬਣਦਾ ਹੈ। ਠੀਕ ਹੈ ਬਈ, ਹੁਣ ਆਪਾਂ ਗੱਲ ਕਰ ਲਈਏ ਜੀ ਵਿਟਾਮਿਨ। ਦੇਖੋ ਬਈ, ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਕਿਹੜੇ ਵਿਟਾਮਿਨ ਪਾਣੀ ਦੇ ਵਿੱਚ ਘੁਲਨਸ਼ੀਲ ਹੈ? ਬੋਲੋ ਬਈ, ਬੀ ਐਂਡ ਸੀ। ਆਪਾਂ ਸੀ ਤਾਂ ਤੁਹਾਨੂੰ ਕਰ ਹੀ ਲਿਆ। ਹੁਣ ਆਪਾਂ ਜਿਹੜਾ ਵਿਟਾਮਿਨ ਬੀ ਹੈ ਨਾ, ਇਹਦੇ ਅੱਗੇ ਕਈ ਕੰਪਲੈਕਸ ਨੇ ਇਹਦੇ, ਯਾਨੀ ਕਿ B1 B2 B3 B4 B5, ਇਸ ਤਰ੍ਹਾਂ ਨਾਲ ਵਿਟਾਮਿਨ ਬੀ ਦੇ ਕੰਪਲੈਕਸ ਨੇ। ਜਿਵੇਂ ਕਿ ਬਹੁਤ ਵਾਰ ਇਹ ਪੇਪਰ 'ਚ ਕੁਐਸਚਨ ਆਇਆ ਹੈ ਵਿਟਾਮਿਨ B1। अब देखो बी कल्ला विटामिन बी नहीं हुंदा, ਇਹਦੇ ਅੱਗੇ ਕੰਪਲੈਕਸ ਹੁੰਦੇ ਆ, ਜਿਵੇਂ B1 ਆ ਦੇਖੋ, B2 ਆ B3। ਇਸੇ ਤਰ੍ਹਾਂ ਨਾਲ ਮੈਂ ਤੁਹਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਕੀ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਪੇਪਰ 'ਚ ਕੁਐਸਚਨ ਆ ਪੁੱਛਿਆ ਜਾਏਗਾ ਕਿ ਵਿਟਾਮਿਨ B1 ਦਾ ਸਾਇੰਟਿਫਿਕ ਨੇਮ ਕੀ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਥਾਇਆਮਿਨ। क्या याद रखोगे? ਤੁਹਾਨੂੰ ਵਿਟਾਮਿਨ ਦਾ ਬੋਟੈਨੀਕਲ ਨੇਮ ਜਾਂ ਸਾਇੰਟਿਫਿਕ ਨੇਮ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਅਤੇ ਉਸ ਵਿਟਾਮਿਨ ਦੀ ਕੀ ਬਿਮਾਰੀ ਹੋ ਜਾਂਦੀ ਹੈ ਅਗਰ ਉਹ ਸਰੀਰ ਦੇ ਵਿੱਚ ਘੱਟ ਹੁੰਦਾ ਹੈ। ਇਹ ਇੰਨੀਆਂ ਗੱਲਾਂ ਤਾਂ ਤੁਸੀਂ ਆਪਦੇ ਨੋਟਸ ਜਿਹੜੇ ਆ ਤੁਸੀਂ ਬਣਾ ਕੇ ਰੱਖਣੇ। ਦੇਖੋ ਬਈ, ਵਿਟਾਮਿਨ B1 ਨੂੰ ਥਾਇਆਮਿਨ ਬੋਲਦੇ ਹੈ। ਠੀਕ ਹੈ ਬਈ, ਇਹ ਇਹਨਾਂ ਦੇ ਸੋਰਸ ਹੈ ਜਿਹੜੇ ਕਦੇ ਵੀ ਪੇਪਰ 'ਚ ਨਹੀਂ ਆਉਂਦੇ, ਬਟ ਜਿੰਨੇ ਕ ਆਉਂਦੇ ਆ, ਜਿਵੇਂ 골ਡਨ ਰਾਈਸ ਦਾ ਆਉਂਦਾ ਹੈ, ਐਪਲ ਦਾ ਆਉਂਦਾ ਹੈ, ਆਂਵਲੇ ਦਾ ਆਉਂਦਾ ਹੈ, ਇਹ ਮੈਂ ਤੁਹਾਨੂੰ ਦੱਸਤਾ ਕਿਉਂਕਿ ਇਹ ਯੂਨੀਕ ਚੀਜ਼ਾਂ ਨੇ, ਇਹਨਾਂ ਦੇ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈ। ਹੁਣ ਦੇਖੋ ਬਈ, ਮੈਂ ਤੁਹਾਨੂੰ ਇਹ ਗੱਲ ਕਹਿਣ ਦੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹੜੇ ਵਿਟਾਮਿਨ ਦੇ ਵਿੱਚ B1 ਦੀ ਘਾਟ ਹੋਏਗੀ ਜਿਹੜੇ ਬੰਦੇ 'ਚ, ਤਾਂ ਉਹਦੇ 'ਚ ਬੈਰੀ ਨਾਂ ਦਾ ਰੋਗ ਹੋ ਜਾਏਗਾ। ਕਿਹੜਾ ਰੋਗ ਹੋ ਜਾਏਗਾ? ਬੈਰੀ। ਯਾਨੀ ਕਿ ਇਹਦੇ ਵਿੱਚ ਕੀ ਹੈ? ਲੋਸ ਆਫ ਐਪੇਟਾਈਟ। ਠੀਕ ਹੈ ਬਈ, ਤਾਂ ਇਸ ਤਰ੍ਹਾਂ ਦੇ ਕੀ ਹੈ, ਯਾਨੀ ਕਿ ਉਹਦੇ 'ਚ ਵੀਕਨੈਸ ਆ ਜਾਏਗੀ, ਉਹਦੀ ਹਾਰਟ ਬੀਟ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਜਾਊਗੀ, ਮਸਲਸ ਦੇ ਵਿੱਚ ਜ਼ਿਆਦਾ ਪ੍ਰੋਬਲਮ, ਖਿੱਚੋਤਾਣ ਰਹੂਗੀ। ਠੀਕ ਹੈ, ਔਰ ਪੈਰਾਲਿਸਿਸ ਦਾ ਵੀ ਜਿਹੜਾ ਹੈ ਸਿੰਪਟਮਸ ਜਿਹੜੇ ਆ ਉਹ ਦੇਖਣ ਨੂੰ ਮਿਲ ਸਕਦੇ। ਤਾਂ ਤੁਹਾਨੂੰ ਸਿਰਫ ਇੰਨੀ ਗੱਲ ਯਾਦ ਰੱਖਣੀ ਹੈ, ਬੈਰੀ। ਵਿਟਾਮਿਨ B1 ਦਾ ਬੋਟੈਨੀਕਲ ਨੇਮ ਕੀ ਹੈ? ਥਾਇਆਮਿਨ ਹੈ। ਇਹਦੀ ਕਮੀ ਤੋਂ ਰੋਗ ਕਿਹੜਾ ਹੁੰਦਾ ਹੈ? ਬੈਰੀ ਹੁੰਦਾ ਹੈ। ਸਿਰਫ ਇੰਨੀ ਗੱਲ ਯਾਦ ਰੱਖਣੀ ਹੈ। ਦੂਜਾ ਗੱਲ, ਵਿਟਾਮਿਨ B2, ਹੁਣ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਕਿਹੜੇ ਵਿਟਾਮਿਨ ਨੂੰ ਵਿਟਾਮਿਨ ਜੀ ਵੀ ਕਿਹਾ ਜਾਂਦਾ ਹੈ? ਤਾਂ ਰਾਈਬੋਫਲੈਵਿਨ ਵਿਟਾਮਿਨ B2 ਨੂੰ ਕਿਹਾ ਜਾਂਦਾ ਹੈ। ਇਹ ਤੁਸੀਂ ਅਗਰ ਐਗਜ਼ਾਮੀਨਰ ਥੋੜਾ ਜਿਹਾ ਡੀਪ ਕੁਐਸਚਨ ਪੁੱਛ ਲਿਆ ਨਾ, ਤਾਂ ਸਾਰੇ ਹੀ ਘਰੋਂ ਕਰੀ ਚਲੇ ਜਾਣਗੇ। ਸਮਝ ਆ ਗਈ? ਇਸੇ ਕਰਕੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਵਿਟਾਮਿਨ B2 ਨੂੰ ਹੀ ਜੀ ਬੋਲਦੇ ਹੈ, ਯਾਨੀ ਕਿ ਉਹਦਾ ਬੋਟੈਨੀਕਲ ਸਾਇੰਟਿਫਿਕ ਨੇਮ ਕੀ ਹੈ? ਰਾਈਬੋਫਲੈਵਿਨ। समझ आ गई? अगर अब इधर देखो, सिलोसिस ये बीमारी हो जाती है। ठीक है भाई, यानी कि एक तरह का डाइजेस्टिंग डिसऑर्डर है। ठीक है भाई, और की है ये? और है जी फिशर ऑफ कॉर्नर्स ऑफ माउथ एंड लिप्स। ठीक है जी, यानी कि मुंह और होठ जड़ा फटन की जड़ा कारण है, वो भी एक मेजर कारण है। यानी कि तुसी यह बीमारी जड़ी है याद रखनी है, ग्लोटिस। ठीक है भाई, यानी कि गला जड़ा है वो तुसी कह सकते हो थोड़ा जा पारा हो जाऊगा, या जीभ जलन की जड़ी समस्या है वो भी जड़ी है आन लग जाती है। ठीक है जी, हाँ जी। तो तुसी याद की रखना है, विटामिन B2 नू जी भी बोलते हैं, विटामिन B3 नू PP3 भी बोलते हैं। PP3 का देखो निकोटिनिक एसिड और नायासिन। अब आ पेपर च बहुत बार क्वेश्चन आता है भी नायोसिन किहड़े विटामिन नू बोलिया जाता है? ये नायोसिन जिहड़ा हैगा वो विटामिन B3 नू बोलिया जाता है या PP3 नू बोलिया जाता है। तुहानू कल नू पेपर च एग्जामिनर आप पूछ सकता है कि PP3 विटामिन किहड़ा है? तो नायासिन है। अब इहदी कमी नाल किहड़ा रोग हो जाता है? एक स्किन रिलेटेड बीमारी है जिहदा नाम है प्लेगरा। ठीक है जी, प्लेगरा जिहड़ी बीमारी है वो स्किन रिलेटेड बीमारी है। इन्हें बोलिया ना डर्मिस, डर्मिस मतलब एक स्किन दे रिलेटेड एक बीमारी है। स्किन की पढ़ाई नू की बोलते हैं? डर्मेटोलॉजी बोलते हैं। ठीक है जी, अते इस तो एक सिंड्रोम होंदा है। सिंड्रोम का मतलब कि एक बीमारी होंदी है जिहदा नाम है 4D सिंड्रोम। 4D सिंड्रोम का मतलब इहदे विच यानी कि एक तरह का यह रोग है जिहदे विच डायरिया, ठीक है, तो बच्चे नू थकावट, मसल्स दे विच बहुत ज़्यादा प्रॉब्लम क्रिएट जड़ियाँ होंदियां हैं।
ठीक है बई, तो तुहानू मैं इन्नी गल का ध्यान रखना है, पेपर एग्जामिनर इत्थों सैट करता है, ठीक है, किन्ना ही डीप पूछ ले, आप सिर्फ इन्नी गल का ही ध्यान देना है। विटामिन B1 नू थायामिन बोलते हैं, बेरी रोग है, B2 नू जी बोलते हैं, राइबोफेविलिन बोलते हैं। अब तुहानू पूछ सकता है विटामिन जी का दूजा ना की है, राइबोफेविलिन, ठीक है बई, और सिलोसिस। अगला देखो B3 PP3 नाइसिन केड़ी बीमारी होंदी है, प्लैग्रा, केड़ा सिंड्रोम हो जाता है इस तो, ये भी पूछ सकता है, तो 4D सिंड्रोम, ठीक है जी। तो ये तुसी याद रखना है। अगर तुहानू ये PDF साडी चाहिदी है तो साडा टेलीग्राम चैनल जिहड़ा है वो केड़ा चैनल है, देखो बई @स्काईलाइट अकैडमी, ये साडा टेलीग्राम चैनल है। अगर जिहड़ा भी स्टूडेंट ने साडा ऐप जिहड़ा है वो इंस्टॉल नहीं किया है, ठीक है, जिवें कि आ साडा जिहड़ा एप्लीकेशन है ये साडे ऐप दी है, जिवें कि तुसी गूगल प्ले स्टोर ते स्काईलाइट अकैडमी लिखोगे, या जिन्हां दा एप्पल आईफोन एंड्रॉयड है वो थल्ले दिते गए नंबरां ते गलबात करके भी अपना जिहड़ा है ऐप जिहड़ा इंस्टॉल कर लोगे, क्योंकि कुछ मटीरियल असी फ्री ऑफ कॉस्ट ऐप ते पाई रखांगे, ठीक है बई। तो सैशन नू लाइक तुसी कर देना है बई, शेयर तुसी कर देना है। देखो वैकेंसी बहुत जल्दी आउणगियां, सरकार ने एक वैकेंसी कढ़ के विड्रॉल जिहड़ा है नोटिफिकेशन कर लिया सी, तुहानू वैकेंसी देखो आनी पैनी है, ठीक है ना। हाँ, सेंटर जदों फंड जारी कर देगा उदों ही तुहानू वैकेंसी जिहड़ी है देखण नू मिलूगी। हाँ जी, B5 विटामिन, B5 क्या है जी, पेंटोथेनिक, समझ आ गई। ਇਹਦੇ ਵਿੱਚ ਇਹਨੂੰ ਖਾਣ ਵਾਸਤੇ ਕੀ ਹੈ, ਗਰਾਊਂਡਨਟ, ਟੋਮੈਟੋ, ਸ਼ੂਗਰ ਕੇਨ। देखो ये तो गल्लां लिखनियां पैंदियां है क्योंकि बच्चे नूं पढ़नियां भी है, ताकि कल नूं क्वेश्चन जिहड़ा है अपना नूं पूछ सकदा है। वैसे लगभग विटामिनां दे विच लगभग सेम है, बट कुछ एक विटामिनां डिफरेंट है, वो भी तुहानूं मैं दसता। आ देखो बई डरमैटिस यानी कि स्किन दे रिलेटेड बीमारी हो जाती है, जिहड़ियां अपनियां पगथड़ियां है वो भी की हो जांदियां, यानी कि वो एवें लगदियां भी साडियां पगथड़ियां जल रही हैं, ਇਹਦਾ मतलब विटामिन B3 ਦੀ ਉਹਦੇ ਚ कमी है, ठीक है बई। नक्सूरी आन लग जाती है, आदमी का लीवर जिहड़ा है वो फैटी हो जाता है, यानी कि इस तरह की प्रॉब्लम अपना नूं देखण नूं मिल जाती है अगर विटामिन B5 की कमी हो जाए तो। यानी कि यह गल ऑफकोर्स आप मेल गल ह्यूमन बीइंग की कर रहे हैं, तो ये प्री प्राइमरी स्कूल के बच्चों नूं भी हो सकते है, ठीक है। अगला देखो B6 पायरोडॉक्सिन, ये भी डरमैक्सिस एनीमिया है, ठीक है भी, ये बीमारी सेम तरह की बीमारी है B6 दे विच, ठीक है। अगला देखो विटामिन B7, इनू विटामिन H भी बोलते हैं। अब तुहानू एग्जामिनर आही गल पूछेगा कि केड़े विटामिन नू विटामिन H बोलते हैं, तो विटामिन केड़ा विटामिन है, विटामिन ओनू बोलते हैं B7, जिहदा एक फोलिक एसिड का भी ग्रुप है, ठीक है बई। ये वास्ते ये देखो स्किन कटनी शुरू हो जाती है, ठीक है, वीकनेस आ जाती है, ठीक है, इस तरह दी जिहड़ियां बीमारियां हैं वो होण लग जाती है। आ देखो मैगाब्लास्टिक एनीमिया हो जाता है, इसका मतलब की है कि जिहड़ा RBC है, यानी कि जिहड़ा रेड ब्लड कॉर्पलस है, रेड ब्लड सैल है साडी बॉडी दे विच, इहने क्या है कि उन्हां दा जिहड़ा काउंट है, यानी कि मैं सपोज करो 1 लाख होना चाहिए, बट वो घट के किन्ने आ जाणगे, 50,000 च आ जाणगे। की आ जाणगे, RBC, जिहड़े अपने बॉडी दे विच सैल है। किहड़े विटामिन की कमी नाल तुसीं ये समझ सकते हो कि विटामिन B7 दे बी विटामिन H ने, जिन्हां नूं आपां फोलिक एसिड भी बोलते हैं, ठीक है बई। मैगाब्लास्टिक एनीमिया अज तो तक का सब तो इंपोर्टेंट क्वेश्चन आ पेपर च आऊगा, तुहानूं बहुत वार पेपर च क्वेश्चन आया है। विटामिन B12 नूं बोलिया जाता है साइनोकोबैलेलिन, केड़ा विटामिन एहो जिहा है जिहदे विच कोबाल्ट पाया जाता है। आ क्वेश्चन तुहानूं बिल्कुल एग्जामिनर पूछेगा, जे मैं तुहाडा पेपर सैट करना होवे तां ये जरूर ये क्वेश्चन पाऊंगा कि केड़े विटामिन नूं विटामिन B12 बोलिया जाता है, तो साइनोकोबैलेलिन। देखो इहदी कमी नाल केड़ा बीमारी हो जाती है, रिटार्डेड ग्रोथ, यानी कि ग्रोथ जिहड़ी है वो रुक जाती है, ठीक है। परनासियस एनीमिया हो जाता है, यानी कि हेमोग्लोबिन जिहड़ा साडा खून जिहड़ा रेड करता है पिगमेंट, वो की है, वो इमैच्योर RBC नूं अगे लैके जाता है, यानी कि इमैच्योर RBC जिहड़ा है कोज करता है। तुहानूं मैं दस्सिया सी कि लीवर दे विच जाके RBC जिहड़ा है वो डेड होंदे है, ठीक है बई, स्पलीन दे विच बनदे है, ठीक है।
ਤਾਂ ਉਸੇ ਤਰੀਕੇ ਨਾਲ ਮੈਂ ਤੁਹਾਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਠੀਕ ਹੈ ਬਈ। ਤਾਂ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਪਰਨਾਸੀਅਸ ਐਨੀਮੀਆ ਜਿਹੜਾ ਹੈ ਆ ਰੋਗ ਹੋ ਜਾਂਦਾ ਹੈ, ਠੀਕ ਹੈ। ਕਿਹੜੇ ਵਿਟਾਮਿਨ ਦੀ ਕਮੀ ਨਾਲ? ਵਿਟਾਮਿਨ B12 ਦੀ ਕਮੀ ਨਾਲ, ਠੀਕ ਹੈ ਜੀ। ਹਾਂਜੀ, ਵਿਟਾਮਿਨ ਸੀ। ਵਿਟਾਮਿਨ ਸੀ ਕਿਹੜਾ ਰੋਗ ਹੈ? ਦੇਖੋ ਕਿਹੜੀ ਬਿਮਾਰੀ ਹੈ? ਸਕਰਵੀ ਹੈ। ਇਹਨੂੰ ਕੀ ਬੋਲਿਆ ਜਾਂਦਾ ਹੈ ਜੀ? ਬੋਲੋ ਜੀ। ਇਹਨੂੰ ਸਲਰ ਡਿਜ਼ੀਜ਼ ਵੀ ਬੋਲਿਆ ਜਾਂਦਾ ਹੈ, ਠੀਕ ਹੈ ਜੀ। ਤਾਂ ਇਸ ਤੋਂ ਧੱਬੇ ਜਿਹੜੇ ਹੈ ਮੂੰਹ ਤੇ ਉਹ ਹੋ ਜਾਂਦੇ, ਠੀਕ ਹੈ ਨਾ ਜੀ। ਤਾਂ ਇਹ ਆਪਣੇ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵਿਟਾਮਿਨ ਜਿਹੜੇ ਕਿ ਪਾਣੀ ਦੇ ਵਿੱਚ ਘੁਲਣਸ਼ੀਲ ਹੈ। ਬੜੇ ਸਿਸਟਮੈਟਿਕਲੀ ਤਰੀਕੇ ਨਾਲ, ਬੜੇ ਹੀ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ, ਮੈਨੂੰ ਪੂਰਨ ਆਸ ਹੈ ਕਿ ਤੁਹਾਨੂੰ ਪਤਾ ਲੱਗਿਆ ਹੈ। ਫਿਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਹੈ ਕਿ ਚੈਨਲ ਨੂੰ ਤੁਸੀਂ ਜਿਹੜਾ ਹੈ ਲਾਈਕ ਤੁਸੀਂ ਜ਼ਰੂਰ ਕਰ ਦੇਣਾ ਹੈ। ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਹੈ ਕਿ ਤੁਹਾਨੂੰ ਇਹ ਸੈਸ਼ਨ ਕਿਹੋ ਜਿਹਾ ਲੱਗਿਆ। ਦੇਖੋ ਥੋੜਾ ਜਿਹਾ ਨਾਮ ਟਫ ਹੈ, ਕਿਉਂਕਿ ਜੇ ਆਪਾਂ ਨੌਕਰੀ ਲੈਣੀ ਹੋਊਗੀ ਤਾਂ ਆਪਾਂ ਕਰਨਾ ਹੀ ਪੜੇਗਾ, ਠੀਕ ਹੈ ਜੀ। ਤਾਂ ਮਿਲਦੇ ਹਾਂ ਆਪਾਂ ਫਿਰ ਨੈਕਸਟ ਕਲਾਸ ਦੇ ਵਿੱਚ। ਉਦੋਂ ਤੱਕ ਲਈ ਬਾਏ ਬਾਏ, ਜੈ ਹਿੰਦ। ਹਾਂਜੀ, ਇੱਕ ਕੰਮ ਤੁਸੀਂ ਇੱਕ ਕਰਨਾ ਹੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਇਹ ਗੱਲ ਲਿਖਣੀ ਹੈ ਕਿ ਤੁਸੀਂ ਐਂਟੀਟੀ ਕਿੱਥੋਂ ਕੀਤੀ ਹੈ, ਠੀਕ ਹੈ ਵੀ। ਇਗਨੂ ਤੋਂ ਐਂਟੀਟੀ ਕੀਤੀ ਹੈ ਜਾਂ ਕਿਸੇ ਹੋਰ ਸੰਸਥਾ ਤੋਂ ਕੀਤੀ ਹੈ, ਇਹ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਹੈ ਤੇ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ। ਥੈਂਕ ਯੂ ਐਵਰੀਬਾਡੀ।